श्री वाहिगुरु साहिब जी। एक ओंकार सत नाम करता पुरख निरभौ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच जियड़ा अगन बराबर तपै भीतर वगै काती प्रणवत नानक हुक्म पछाणै सुख होवै दिन राती आस प्यासी पिर कै ताई ज्यों चात्रिक बूंदेरे कहो नानक जियड़ा बलिहारी देहो दरस प्रभ मेरे दस्तगीरी देह दिलावर तू ही एक करतार कुदरत करण खालक नानक तेरी टेक दस्तगीरी देह दिलावर तू ही एक
ਕਰਤਾਰ ਕੁਦਰਤ ਕਰਨ ਖਾਲਕ, ਨਾਨਕ ਤੇਰੀ ਟੇਕ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲ ਪਹਿਲਾ। ਧਾਤ ਮਿਲੈ ਪੁਨ ਧਾਤ ਕਾ, ਸੇਵਤੀ ਸੇਵਤ ਸਮਾਏ। ਲਾਲ ਗੁਲਾਲ ਗਹਿਬਰਾ, ਸੱਚਾ ਰੰਗ ਚੜਾਓ। ਧਾਤ ਮਿਲੈ ਪੁਨ ਧਾਤ ਕਾ, ਸੇਵਤੀ ਸੇਵਤ ਸਮਾਏ। ਲਾਲ ਗੁਲਾਲ ਗਹਿਬਰਾ, ਸੱਚਾ ਰੰਗ ਚੜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਦਾਨ, ਅੰਤਰਜਾਮੀ ਸਤਿਗੁਰੂ ਗਰੀਬ ਨਿਵਾਜ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਸਰਬੱਤ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਉਪਰੰਤ ਪੰਜ ਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਆਸਾ ਦੀ ਵਾਰ ਦਾ ਰਸ ਪਿੰਨਾ ਸ਼ਬਦ ਕੀਰਤਨ ਆਪ ਸਭਨਾਂ ਨੇ ਸਰਵਣ ਕੀਤਾ ਹੈ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰੀਏ ਜੀ। ਨਿਰੰਕਾਰੀ ਜੋਤ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਕਿ ਆਪ ਜੀ ਨੇ ਸਾਨੂੰ ਭਲੀ ਪ੍ਰਕਾਰ ਸਮਝਾਇਆ ਹੈ, ਉਪਦੇਸ਼ ਬਖਸ਼ਿਆ ਹੈ ਕਿ ਜਦੋਂ ਜੀਵ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਨਿਰਮਲ ਭਾਉ ਪੈਦਾ ਹੁੰਦਾ ਹੈ, ਉਦੋਂ ਸੰਸਾਰੀ ਭਾਉ ਖਤਮ ਹੋ ਜਾਂਦੇ ਨੇ। ਤੇ ਆਪ ਜੀ ਦੀ ਕਿਰਪਾ ਦੁਆਰਾ ਅਸੀਂ ਆਪਣੇ ਹਿਰਦੇ ਅੰਦਰ ਨਿਰਮਲ ਭਾਉ ਨੂੰ ਪੈਦਾ ਕਰ ਲਿਆ ਹੈ ਤੇ ਸੱਚਮੁੱਚ ਹੀ ਦੁਨਿਆਵੀ ਡਰ ਖਤਮ ਹੋ ਗਏ ਨੇ। ਹੁਣ ਆਪ ਜੀ ਇੱਕ ਹੋਰ ਬਖਸ਼ਿਸ਼ ਕਰੋ। ਜਿਵੇਂ ਕਿ ਆਪ ਦਾ ਫਰਮਾਨ ਹੈ ਕਿ ਜਿਹੜਾ ਨਾਮ ਜਪਣ ਵਾਲਾ ਹੈ ਉਹ ਇੱਕ ਦਿਨ ਨਾਮੀ ਦੇ ਵਿੱਚ ਅਭੇਦ ਹੋ ਜਾਂਦਾ ਹੈ। ਨਾਮ ਜਪਣ ਵਾਲਾ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦਾ ਹੈ। ਅਕਸਰ ਹੀ ਆਪ ਜੀ ਸਾਨੂੰ ਇਹ ਉਪਦੇਸ਼ ਕਰਦੇ ਹੋ ਤੇ ਅੱਜ ਮਿਹਰਾਂ ਦੇ ਘਰ ਵਿੱਚ ਆ ਕੇ ਦਾਤਾ ਜੀ ਕਿਰਪਾਲੂ ਸਤਿਗੁਰੂ ਜੀ ਸਾਡੇ ਤੇ ਇਹ ਬਖਸ਼ਿਸ਼ ਕਰੋ ਕਿ ਇੱਕ ਅਲਪੱਗ ਜੀਵ ਉਸ ਸਰਬੱਗ ਪਰਮੇਸ਼ਰ ਦੇ ਵਿੱਚ ਕਿਵੇਂ ਲੀਨ ਹੋ ਜਾਂਦਾ ਹੈ। ਕਿਉਂਕਿ ਸਾਡੀ ਮਤ ਤੁੱਛ ਹੈ, ਬੁੱਧੀ ਤੁੱਛ ਹੈ। ਸਾਨੂੰ ਆਪ ਦੀਆਂ ਅਧਿਆਤਮਿਕ ਰਮਜਾਂ ਦੀ ਸਮਝ ਨਹੀਂ ਆਉਂਦੀ ਜਿੰਨਾ ਚਿਰ ਤੱਕ ਤੁਸੀਂ ਉਦਾਹਰਣਾਂ ਦੇ ਨਾਲ ਸਾਨੂੰ ਨਾ ਸਮਝਾਓ। ਅਣਜਾਣ ਹਾਂ, ਅਗਿਆਤ ਹਾਂ, ਇਸ ਕਰਕੇ ਕਿਰਪਾ ਕਰੋ ਸਾਨੂੰ ਉਦਾਹਰਣ ਸਹਿਤ ਸਮਝਾਓ, ਉਪਦੇਸ਼ ਬਖਸ਼ੋ ਕਿ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਨਾਮ ਜਪਣ ਵਾਲਾ ਗੁਰਮੁਖ ਪਿਆਰਾ, ਗੁਰਮੁਖ ਆਤਮਾ ਕਿਵੇਂ ਲੀਨ ਹੋ ਜਾਂਦੀ ਹੈ।
ਗੁਰੂ ਸਾਹਿਬ ਸਿੱਖ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਮੁੱਚੀਆਂ ਸਿੱਖ ਸੰਗਤਾਂ ਦੇ ਤਾਈਂ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਹੇ ਭਾਈ, ਨਾਮ ਜਪਣ ਵਾਲਾ ਅਕਾਲ ਪੁਰਖ ਵਿੱਚ ਕਿਵੇਂ ਲੀਨ ਹੁੰਦਾ ਹੈ। ਆਓ ਸ਼ਰਧਾ ਭਾਵਨਾ ਸਹਿਤ ਸਰਵਣ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲ ਪਹਿਲਾ। ਧਾਤ ਮਿਲੈ ਫੁਨ ਧਾਤ ਕਾ, ਸਿਵਤੀ ਸੇਵਤ ਸਮਾਏ। ਸ੍ਰੀ ਰਾਗ ਅੰਦਰ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਸ਼ਬਦ ਹੈ। ਹਜੂਰ ਬਖਸ਼ਿਸ਼ ਕਰਦੇ ਨੇ, ਧਾਤ ਮਿਲੈ ਫੁਨ ਧਾਤ ਕਉ। ਧਾਤ ਦਾ ਅਰਥ ਹੈ ਧਾਤੂ, ਭਾਵ ਸੋਨਾ। ਜਿਵੇਂ ਇੱਕ ਸੁਨਿਆਰਾ ਸੋਨੇ ਤੋਂ ਕਈ ਪ੍ਰਕਾਰ ਦੇ ਗਹਿਣੇ ਬਣਾਉਂਦਾ ਹੈ। ਗਲ ਵਿੱਚ ਪਾਉਣ ਵਾਲਾ ਹਾਰ, ਕੈਂਠਾ, ਮੁੰਦਰੀਆਂ, ਛੱਲੇ, ਕੜੇ, ਵੱਖ-ਵੱਖ ਰੂਪ ਇੱਕ ਸੋਨੇ ਦੇ ਬਣਾ ਦਿੰਦਾ ਹੈ। ਪਰ ਕਾਫੀ ਸਮਾਂ ਉਸ ਸੋਨੇ ਨੂੰ ਹੰਡਾਉਣ ਤੋਂ ਬਾਅਦ ਜਦੋਂ ਫਿਰ ਸੁਨਿਆਰੇ ਨੂੰ ਦੇਈਦਾ ਹੈ ਜਾਂ ਸੁਨਿਆਰੇ ਪਾਸ ਵੇਚੀਦਾ ਹੈ ਤੇ ਸੁਨਿਆਰਾ ਕੜਿਆਂ, ਮੁੰਦਰੀਆਂ, ਛੱਲਿਆਂ ਤੇ ਗਲ ਵਿੱਚ ਪਾਉਣ ਵਾਲੇ ਹਾਰਾਂ ਨੂੰ ਕੁਠਾਲੀ ਦੇ ਵਿੱਚ ਸੁੱਟ ਦਿੰਦਾ ਹੈ। ਉੱਥੇ ਅੱਗ ਦਾ ਸੇਕ ਲੱਗਣ ਨਾਲ ਉਹ ਸੋਨੇ ਦੇ ਬਣੇ ਹੋਏ ਗਹਿਣੇ ਫਿਰ ਇੱਕ ਰੂਪ ਦੇ ਵਿੱਚ ਇੱਕ ਢੇਲੀ ਬਣ ਜਾਂਦੇ ਨੇ। ਪਹਿਲਾਂ ਵੱਖ-ਵੱਖ ਰੂਪਾਂ ਦੇ ਵਿੱਚ ਸੀ, ਪਰ ਸੁਨਿਆਰ ਨੇ ਉਹਨਾਂ ਸਾਰੇ ਰੂਪਾਂ ਨੂੰ ਬਦਲ ਕੇ ਇੱਕ ਡਲੀ, ਇੱਕ ਢੇਲੀ ਬਣਾ ਦਿੱਤਾ। ਧਾਤ ਮਿਲੈ ਫੁਨ ਧਾਤ ਕਉ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਧਾਤ ਭਾਵ ਸੋਨੇ ਦੇ ਵੱਖ-ਵੱਖ ਗਹਿਣੇ ਬਣਾਏ ਜਾਂਦੇ ਨੇ, ਪਰ ਅਖੀਰ ਨੂੰ ਉਹ ਸਾਰੇ ਗਹਿਣੇ ਇੱਕ ਢੇਲੀ ਦੇ ਰੂਪ ਵਿੱਚ ਬਦਲ ਜਾਂਦੇ ਨੇ। ਫੁਨ ਮਤਲਬ ਮੁੜ ਕੇ, ਦੁਬਾਰਾ। ਅਥਵਾ ਧਾਤ ਦਾ ਭਾਵ ਹੈ ਦੌੜਨ ਵਾਲੇ ਜੀਵ, ਜਿਹੜੇ ਮਾਇਆ ਦੇ ਪਦਾਰਥਾਂ ਵੱਲ ਹੀ ਦੌੜਦੇ ਰਹਿੰਦੇ ਨੇ। ਔਰ ਮਾਇਆ ਖਾਤਰ ਦੌੜ ਭੱਜ ਕਰਨ ਵਾਲਾ ਬੰਦਾ ਮਾਇਆ ਧਾਰੀ ਪਿੱਛੇ ਜ਼ਿਆਦਾ ਭੱਜਦਾ ਹੈ। ਭਾਵੇਂ ਅੱਗੋਂ ਮਾਇਆ ਧਾਰੀ ਕੋਈ ਕਦਰ ਨਾ ਕਰੇ, ਕੋਈ ਮਾਨ ਸਨਮਾਨ ਨਾ ਕਰੇ, ਪਰ ਫਿਰ ਵੀ ਜਿਹੜਾ ਲਾਲਚੀ ਹੈ ਉਹ ਮਾਇਆ ਧਾਰੀ ਦੇ ਮਗਰ ਭੱਜਦਾ ਹੈ। ਜਿਵੇਂ ਗੁਰੂ ਸਾਹਿਬ ਦਾ ਪਾਵਨ ਬਚਨ ਹੈ, ਦੁਆਰ ਹੈ ਦੁਆਰ ਸੁਆਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਜਿਉ ਕੂਕਰ ਹਰਕਾਇਆ ਧਾਵੇ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣਈ ਭਖ ਅਪਖ ਸਭ ਖਾਏ। ਜਿਵੇਂ ਇੱਕ ਹਲਕਿਆ ਕੁੱਤਾ ਦਰ ਦਰ ਤੇ ਭਟਕਦਾ ਹੈ ਤੇ ਉਹਨੂੰ ਇੱਕ ਥਾਂ ਤੇ ਚੈਨ ਨਹੀਂ ਆਉਂਦਾ, ਇੰਜ ਹੀ ਲਾਲਚੀ ਬੰਦਾ ਹਰ ਥਾਂ ਤੇ ਆਪਣਾ ਸਵਾਰਥ ਪੂਰਾ ਕਰਨ ਵਾਸਤੇ ਭਟਕਦਾ ਹੈ, ਪਰ ਲਾਲਚੀ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ, ਹਾਸਲ ਫਿਰ ਵੀ ਕੁਝ ਨਹੀਂ ਹੁੰਦਾ। ਗੁਰੂ ਸਾਹਿਬ ਕਹਿੰਦੇ, ਧਾਤ ਮਿਲੈ ਫੁਨ ਧਾਤ ਕਉ। ਜਿਹੜਾ ਮਾਇਆ ਧਾਰੀ ਹੈ, ਮਾਇਆ ਦੇ ਪਦਾਰਥਾਂ ਪਿੱਛੇ ਦੌੜਨ ਵਾਲਾ, ਉਹ ਹਮੇਸ਼ਾ ਅਮੀਰ ਬੰਦਿਆਂ ਦੇ ਪਿੱਛੇ, ਦੌਲਤਮੰਦ ਲੋਕਾਂ ਪਿੱਛੇ ਹੀ ਦੌੜਦਾ ਹੈ। ਉਹਨੂੰ ਕਦੇ ਵੀ ਬਿਰਤੀ ਉਹਦੀ ਨੂੰ ਚੈਨ ਨਹੀਂ ਆਉਂਦਾ। ਤੇ ਗੁਰੂ ਸਾਹਿਬ ਸੋਨੇ ਅਤੇ ਮਾਇਆ ਧਾਰੀ ਜੀਵ ਦੀ ਉਦਾਹਰਨ ਦੇ ਕੇ ਸਮਝਾਉਂਦੇ ਨੇ ਕਿ ਜਿਵੇਂ ਸੋਨਾ ਸੋਨੇ ਵਿੱਚ ਰਲ ਜਾਂਦਾ ਹੈ। ਭਗਤ ਰਵਿਦਾਸ ਜੀ ਦਾ ਬਚਨ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਹੇ ਪ੍ਰਮਾਤਮਾ, ਹੁਣ ਤੇਰੀ ਇੰਨੀ ਅਪਾਰ ਕਿਰਪਾ ਹੋਈ ਹੈ, ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਿਹਾ। ਜੇਕਰ ਫਰਕ ਹੈ ਵੀ ਤੇ ਸਿਰਫ ਸੋਨਾ ਤੇ ਸੋਨੇ ਦੇ ਬਣੇ ਗਹਿਣਿਆਂ ਜਿੰਨਾ।
ਹੁਣ ਸੋਨੇ ਦੇ ਗਹਿਣਿਆਂ ਨੂੰ ਭਾਵੇਂ ਵੱਖ-ਵੱਖ ਰੂਪਾਂ ਦੇ ਵਿੱਚ ਬਿਆਨ ਵੀ ਕੀਤਾ ਜਾਂਦਾ ਹੈ, ਪਰ ਮੂਲ ਰੂਪ ਦੇ ਵਿੱਚ ਉਹ ਇੱਕ ਸੋਨਾ ਹੀ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਸਿਫਤੀ ਸਿਫਤ ਸਮਾਏ। ਸਿਫਤ ਮਤਲਬ ਸਿਫਤ ਕਰਨ ਵਾਲਾ ਜੀਵ, ਸਿਫਤੀ ਤੋਂ ਭਾਵ ਹੈ ਪਰਮੇਸ਼ਰ, ਜਿਸ ਦੀ ਸਿਫਤ ਹੋ ਰਹੀ ਹੈ। ਵਾਹਿਗੁਰੂ ਦੀ ਵਡਿਆਈ ਕਰਨ ਵਾਲਾ ਵੀ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ। ਜਿਵੇਂ ਸੋਨਾ ਸੋਨੇ ਵਿੱਚ ਮਿਲ ਜਾਂਦਾ ਹੈ, ਪਾਣੀ ਪਾਣੀ ਵਿੱਚ ਮਿਲ ਜਾਂਦਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਉ ਜਲ ਜਲ ਹੈ ਖਟਾਨਾ ਰਾਮ, ਸੰਗ ਜੋਤੀ ਜੋਤ ਮਿਲਾਨਾ ਰਾਮ। ਜਿਵੇਂ ਪਾਣੀ ਦੇ ਵਿੱਚ ਹੁਣ ਪਾਣੀ ਦੀ ਨਦੀ ਵਗਦੀ ਹੋਵੇ ਤੇ ਕੋਈ ਇੱਕ ਘੜਾ ਪਾਣੀ ਦਾ ਬਾਹਰੋਂ ਭਰ ਕੇ ਉਸ ਨਦੀ ਵਿੱਚ ਡੋਲ ਦਿੱਤਾ ਜਾਵੇ ਤੇ ਬਾਅਦ ਵਿੱਚ ਉਹੀ ਪਾਣੀ ਨੂੰ ਨਦੀ ਚੋਂ ਕੱਢਣ ਦੀ ਕੋਸ਼ਿਸ਼ ਕਰੀਏ ਤੇ ਉਹ ਪਾਣੀ ਕਦੇ ਵੀ ਘੜੇ 'ਚ ਦੁਬਾਰਾ ਨਹੀਂ ਪੈ ਸਕਦਾ। ਜਿਹੜਾ ਇੱਕ ਵਾਰ ਨਦੀ ਦੇ ਪਾਣੀ ਦੀ ਧਾਰਾ ਦੇ ਵਿੱਚ ਰਲ ਗਿਆ, ਉਹਨੂੰ ਦੁਬਾਰਾ ਵੱਖ ਨਹੀਂ ਕੀਤਾ ਜਾ ਸਕਦਾ। ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦੀ ਸਿਫਤ, ਉਹਦੀ ਵਡਿਆਈ ਕਰਕੇ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦਾ ਹੈ, ਉਹ ਜੀਵ ਵੀ ਫਿਰ ਵੱਖ ਨਹੀਂ ਹੋ ਸਕਦਾ। ਤੋ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਵੇਂ ਸੋਨਾ ਸੋਨੇ ਵਿੱਚ ਰਲ ਜਾਂਦਾ ਹੈ, ਸੋਨੇ ਦੀ ਇੱਕ ਡਲੀ ਬਣ ਜਾਂਦੀ ਹੈ, ਅੰਤ ਨੂੰ ਪਾਣੀ ਪਾਣੀ ਵਿੱਚ ਰਲ ਜਾਂਦਾ ਹੈ, ਇਵੇਂ ਨਾਮ ਜਪਣ ਵਾਲਾ ਨਾਮੀ ਵਿੱਚ ਅਭੇਦ ਹੋ ਜਾਂਦਾ ਹੈ। ਲਾਲ ਗੁਲਾਲ ਗਹਿਬਰਾ, ਸੱਚਾ ਰੰਗ ਚੜਾਓ। ਲਾਲ ਕਹੀਏ ਪਿਆਰਾ, ਗੁਲਾਲ ਦਾ ਅਰਥ ਹੈ ਕਿ ਪੋਸਤ ਦੇ ਫੁੱਲ ਵਰਗਾ ਗੂੜਾ ਲਾਲ ਰੰਗ। ਜਿਸ ਜੀਵ ਨੂੰ ਪਿਆਰੇ ਪਰਮੇਸ਼ਰ ਦੇ ਨਾਮ ਦਾ ਰੰਗ ਇੰਨਾ ਗੂੜਾ ਚੜਿਆ ਹੈ, ਜਿੰਨਾ ਪੋਸਤ ਦੇ ਫੁੱਲ ਦਾ ਗੂੜਾ ਲਾਲ ਰੰਗ ਹੈ। ਗਹਿਬਰਾ ਮਤਲਬ ਗਾੜਾ, ਸੱਚਾ ਰੰਗ ਚੜਾਓ। ਹੇ ਗੁਰਸਿੱਖੋ, ਆਪਣੇ ਮਨ ਨੂੰ ਪਰਮੇਸ਼ਰ ਦੀ ਰੰਗਤ ਇੰਨੀ ਗੂੜੀ ਚਾੜ ਦਿਓ ਕਿ ਜਿੰਨਾ ਸੁਰਖ ਲਾਲ ਪੋਸਤ ਦਾ ਫੁੱਲ ਹੈ। ਭਗਤ ਨਾਮਦੇਵ ਜੀ ਦਾ ਕਿੱਤਾ ਸੀ ਕੱਪੜੇ ਰੰਗਣ ਦਾ, ਪਰ ਸਿਰਫ ਕੱਪੜੇ ਹੀ ਨਹੀਂ ਰੰਗਦੇ ਸਨ, ਆਪਣੇ ਮਨ ਨੂੰ ਵੀ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਸੀ। ਜੇ ਕੋਈ ਗਾਹਕ ਕੱਪੜੇ ਰੰਗਾਉਣ ਵਾਸਤੇ ਆ ਜਾਂਦਾ ਤੇ ਨਾਮਦੇਵ ਕੱਪੜੇ ਰੰਗਦਿਆਂ ਰੰਗਦਿਆਂ ਉਹਦੇ ਮਨ ਨੂੰ ਵੀ ਰੱਬ ਦੇ ਨਾਮ ਨਾਲ ਰੰਗ ਦਿੰਦੇ ਸੀ। ਰੰਗਨ ਰੰਗਉ ਸੀਵਨ ਸੀਵਉ, ਰਾਮ ਨਾਮ ਬਿਨ ਕਰੀ ਨਾ ਜੀਵਉ। ਬੇਸ਼ੱਕ ਆਪਣੀ ਉਪਜੀਵਕਾ ਵਾਸਤੇ ਮੈਂ ਕੱਪੜੇ ਰੰਗਦਾ ਹਾਂ, ਸੀਂਦਾ ਹਾਂ, ਮੈਂ ਆਪਣੀ ਕਿਰਤਕਾਰ ਦੇ ਵਿੱਚ ਰੁੱਝਿਆ ਰਹਿੰਦਾ, ਪਰ ਹੇ ਦੁਨੀਆ ਦੇ ਲੋਕੋ, ਮਤਾ ਕਿਤੇ ਖਿਆਲ ਕਰਿਓ ਕਿ ਨਾਮਦੇਵ ਕੰਮਾਂ ਧੰਦਿਆਂ 'ਚ ਇੰਨਾ ਉਲਝ ਗਿਆ, ਇਹਨੂੰ ਰੱਬ ਦਾ ਨਾਮ ਭੁੱਲ ਗਿਆ ਹੈ। ਭਾਵੇਂ ਮੈਂ ਹਰ ਵਕਤ ਆਪਣੀ ਕਿਰਤਕਾਰ ਵਿੱਚ ਰੁੱਝਾ ਹੁੰਦਾ ਹਾਂ, ਪਰ ਦਰ ਹਕੀਕਤ ਇਹ ਹੈ ਕਿ RAM ਨਾਮ ਬਿਨ ਕਰੀ ਨਾ ਜੀਵਉ। ਹੱਥਾਂ ਪੈਰਾਂ ਨਾਲ ਕੰਮਕਾਰ ਕਰਦਾ ਹਾਂ, ਮੇਰੀ ਸੁਰਤ ਰੱਬ ਦੇ ਨਾਮ ਨਾਲ ਜੁੜੀ ਹੁੰਦੀ ਹੈ। ਨਾਮਦੇਵ ਤੇ ਭਗਤ ਤ੍ਰਿਲੋਚਨ ਆਪਸ ਵਿੱਚ ਬੜੇ ਗੂੜੇ ਮਿੱਤਰ ਸੀ ਤੇ ਇੱਕ ਵਾਰੀ ਨਾਮਦੇਵ ਜੀ ਤ੍ਰਿਲੋਚਨ ਨੂੰ ਮਿਲਣ ਵਾਸਤੇ ਗਏ। ਤ੍ਰਿਲੋਚਨ ਭਗਤ ਨਾਮਦੇਵ ਦੇ ਘਰ ਵਿੱਚ ਮਿਲਣ ਵਾਸਤੇ ਆਏ ਤੇ ਜਦੋਂ ਭਗਤ ਤ੍ਰਿਲੋਚਨ ਨੇ ਨਾਮਦੇਵ ਵੱਲ ਵੇਖਿਆ ਕਿ ਇੱਕ ਦਿਨ 2 ਦਿਨ ਬੀਤ ਗਏ ਨੇ, ਪਰ ਨਾਮਦੇਵ ਨੇ ਰੱਬ ਦਾ ਨਾਮ ਨਹੀਂ ਜਪਿਆ, ਕਦੀ ਕਿਸੇ ਕੰਮ ਵਿੱਚ ਰੁੱਝ ਜਾਂਦਾ ਹੈ, ਕਦੀ ਕਿਸੇ ਕੰਮ ਵਿੱਚ ਰੁੱਝ ਜਾਂਦਾ ਹੈ, ਲੱਗਦਾ ਹੈ ਮਾਇਆ ਦਾ ਪ੍ਰਭਾਵ ਪੈ ਗਿਆ ਤੇ ਭਗਤ ਨੇ ਰੱਬ ਦਾ ਨਾਮ ਜਪਣਾ ਛੱਡ ਦਿੱਤਾ ਹੈ।
क्योंकि माया बड़ी प्रबल है, जिथे वड्डे वड्डे ऋषियां मुनियां नूं ये अपने जाल विच फसा लैंदी है। लगदा है नामदेव नूं भी माया ने अपने जाल विच फसा लिया। ते भगत त्रिलोचन जी ने फिर नामदेव नूं आखिया, नामा माया मोहिया कहे त्रिलोचन मीत, काहे शीपो शाय लै राम ना लाभो चीत। भगत त्रिलोचन कहते भावें मैं जातिवाद नूं बढ़ावा नहीं दिंदा, मैं जात पात दे विच यकीन भी नहीं रखदा, पर हे नामदेव आखिर रियाज दे तू शींबियां दा शींबा ही। तैनू रब दे नाम नाल जुड़न वास्ते संतां भगतां ने प्रेरित कीता सी, तू जुड़ भी गया सी, पर अज मैं देखिया है तू कम्मां धंधियां विच रुझ गया, तैनू रब दा नाम भुल गया है। ते नामदेव जी ने अगों जवाब दिता, नामा कह त्रिलोचना मुख ते राम संभाल, हाथ पाऊं कर काम सब चीत निरंजन नाल। हे त्रिलोचन मित्र जी, अपने हत्थां पैरां दे नाल किरतकार भी करनी है, वेलड़ ते निकम्मे हो के नहीं बैठना, पर सुरत नूं परमात्मा दे नाम नाल गंढ के रखना है। इवें हजूर कहंदे ने सच्चा रंग चढ़ाओ, सच्चे नाम दा रंग अपने मन नूं चढ़ाउणा करो। अथवा लाल दा अर्थ है सरवण करना, गुलाल दा अर्थ है मनन करना, ते गहबरा दा अर्थ है निध्यासन करना। सरवण मनन निध्यासन इन्हां साधना द्वारा परमेश्वर दे नाम दा सच्चा रंग मन नूं चढ़ाओ। इसे प्रकार लाल दा अर्थ है रजोगुण, गुलाल दा अर्थ है सतोगुण, ते गहबरा दा अर्थ है तमोगुण, जिहड़ा बड़ा गाढ़ा है। क्योंकि तमोगुण हर एक बंदे दे अंदर है, निंद्रा तंद्रा आलस, इसे प्रकार क्रोध खिज क्रिजना उबलना बलना, ये अवगुण। इन्हां अवगुणां दा जिहड़ा गूढ़ा प्रभाव है, महाराज कहंदे इन्हां तिन्नां दा त्याग कर। रजोगुण तमोगुण सतोगुण नूं त्याग के तुरिया अवस्था विच पहुंच के अपने मन नूं नाम दा सच्चा रंग चढ़ाउणा करो, सच्चा रंग चढ़ाओ। इवें ये तीन प्रकार नाल गुरबाणी दे अर्थ जानने। मूल रूप विच गुरु नानक साहब सच्चे पातशाह यही उपदेश करते ने, हे गुरसिखो मन बड़ा फिक्का है, मन बेरंग है, मन बेढंग है। जदों तक इनू किसी तरतीब विच लिया के तुसीं रब दे नाम दा रंग नहीं चाड़ोगे, उदों तक मन शोभा नहीं पावेगा, उदों तक ये मन शोभाहीन होएगा। क्योंकि फिक्का रंग कदे भी मनुख दियां अखां नूं नज़रां नूं प्रभावित नहीं करता। इसे तरह भाई जिन्हां दा मन परमात्मा दे नाम तो बगैर फिक्का है, सखना है, वो ना तां इस समाज विच शोभा पाउंदे ने, ना परलोक अंदर शोभा पाउंदे ने। इस करके साहब कहंदे उस लाल प्यारे वाहिगुरु दा गुलाल गूढ़ा पोस्त दे फुੱਲ वर्गा सुरख लाल रंग अपने मन नूं चढ़ाउणा करो। साध संगत जी, लाल रंग प्रेम दा रंग मन्निया जांदा है। इसे करके साहब कहंदे लाल रंग तिस को लगा जिसके वडभागा, मैला कदे ना होवे न लागै दागा। प्यारे परमेश्वर दे नाम दा रंग गूढ़ा रंग जिन्हां नूं चढ़िया है, वो नाम दे रंग विच इन्ने रंगे गए ने कि कदे भी ये रंग नूं दाग नहीं लगदा। तां करके हजूर ने आख्या कि लाल रंग भाव परमेश्वर दे नाम दा रंग अपने मन नूं चढ़ाउणा करो। वैसे बंदे दी तर्जे जिंदगी दस दिंदी है, बंदे दियां हरकतां ओदा रहन सहन दस दिंदा कि इहदे मन नूं काहदा रंग चढ़िया है। जे तां मन रंगिया होवे माया दे रंग विच,
ਤੇ ਬੰਦਾ ਹਰ ਵੇਲੇ ਲਾਲਚ ਦੀਆਂ ਗੱਲਾਂ ਹੀ ਕਰੇਗਾ। ਜੇ ਮਨ ਕਾਮ ਵਾਸ਼ਨਾ ਵਿੱਚ ਰੰਗਿਆ ਹੈ ਤੇ ਹਰ ਵਕਤ ਵਿਕਾਰੀ ਗੱਲਾਂ ਹੀ ਕਰੇਗਾ। ਜੇ ਮਨ ਕ੍ਰੋਧ ਦੇ ਵਿੱਚ ਰੰਗਿਆ ਹੈ ਤੇ ਹਰ ਵਕਤ ਉਬਲਿਆ, ਕ੍ਰਿਜਿਆ ਤੇ ਖਿਜਿਆ ਰਹੇਗਾ। ਮਨ ਉਹਦਾ ਕਾਲਾ ਪਏਗਾ, ਕਦੇ ਵੀ ਸ਼ਾਂਤ ਤੇ ਸਹਿਜ ਵਰਗੇ ਗੁਣ ਨਹੀਂ ਉਤਪੰਨ ਹੋ ਸਕਦੇ। ਮਨੁੱਖ ਦਾ ਰਹਿਣ ਸਹਿਣ, ਉਹਦੀ ਤਰਜ਼ੇ ਜ਼ਿੰਦਗੀ ਦੱਸ ਦਿੰਦੀ ਹੈ ਕਿ ਇਹਦੇ ਮਨ ਨੂੰ ਕਾਹਦਾ ਰੰਗ ਚੜਿਆ ਹੋਇਆ ਹੈ। ਤੋ ਹਜੂਰ ਸੱਚੇ ਪਾਤਸ਼ਾਹ ਕਹਿੰਦੇ ਮਨ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚਾੜ, ਇਹਦੇ ਨਾਲ ਤੇਰਾ ਇਹ ਜੀਵਨ ਤੇ ਪਰਲੋਕ ਸੁਹੇਲਾ ਹੋ ਜਾਏਗਾ। ਆਪਣੀ ਜ਼ਿੰਦਗੀ ਵਿੱਚੋਂ, ਜੀਵਨ ਵਿੱਚੋਂ ਤੈਨੂੰ ਪਰਮ ਰਸ ਪ੍ਰਾਪਤ ਹੋਵੇਗਾ। ਨਿਤ ਦਾ ਕਲੇਸ਼, ਚਿੰਤਾਵਾਂ, ਫਿਕਰ, ਝਗੜੇ, ਇਹ ਸਭ ਕੁਝ ਖਤਮ ਹੋ ਜਾਏਗਾ ਜਿਸ ਦਿਨ ਤੇਰਾ ਮਨ ਸੱਚੇ ਨਾਮ ਦੇ ਵਿੱਚ ਰੰਗਿਆ ਗਿਆ। ਤਾਂ ਕਰਕੇ ਹਜੂਰ ਕਹਿੰਦੇ, ਹੇ ਗੁਰਸਿੱਖੋ, ਮਨ ਨੂੰ ਗੂੜੇ ਰੰਗ ਦੇ ਵਿੱਚ, ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗ ਲੈਣਾ ਕਰੋ। ਸੱਚ ਮਿਲੈ ਸੰਤੋਖੀਆ, ਹਰ ਜਪ ਏਕੈ ਪਾਏ। ਸੱਚ ਭਾਵ ਕੇ ਸੱਚ ਸਰੂਪ ਪਰਮੇਸ਼ਰ ਵਾਹਿਗੁਰੂ ਮਿਲੈ ਉਹਨਾਂ ਜੀਵਾਂ ਨੂੰ ਮਿਲਦਾ ਹੈ ਜਿਹੜੇ ਸੰਤੋਖੀ ਨੇ, ਜਿਹੜੇ ਦੁਨਿਆਵੀ ਪਦਾਰਥਾਂ ਵੱਲੋਂ ਸੰਤੁਸ਼ਟ ਹੋ ਚੁੱਕੇ ਨੇ। ਵੈਸੇ ਵਿਦਵਾਨਾਂ ਦਾ ਕਥਨ ਹੈ ਕਿ ਨੀਂਦ, ਭੁੱਖ ਤੇ ਵਾਸ਼ਨਾ, ਇਹਨਾਂ ਨੂੰ ਬੰਦਾ ਜਿੱਥੇ ਕੁ ਰੋਕ ਕੇ ਰੱਖ ਲਵੇ ਉੱਥੇ ਹੀ ਰੁਕ ਜਾਂਦੇ ਨੇ, ਤੇ ਜੇ ਵਧਾ ਲਵੇ ਤੇ ਇਹਨਾਂ ਦੀ ਕੋਈ ਵੀ ਸੀਮਾ ਨਹੀਂ। ਜਿੰਨਾ ਮਰਜ਼ੀ ਵਧਾ ਲਵੇ ਤੇ ਜਿੰਨਾ ਮਰਜ਼ੀ ਘਟਾ ਲਵੇ। ਤੋ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਸੰਤੋਖੀ ਹੋ ਗਿਆ, ਵਿਕਾਰਾਂ ਵੱਲੋਂ ਸੰਤੋਖੀ ਹੋ ਗਿਆ, ਪਦਾਰਥਾਂ ਵੱਲੋਂ ਸੰਤੋਖੀ ਹੋਇਆ, ਖਾਣ ਪੀਣ ਵੱਲੋਂ, ਉਸੇ ਨੂੰ ਹੀ ਸੱਚ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸਾਧ ਸੰਗਤ ਜੀ, ਸੰਤੋਖੀ ਉਹੀ ਹੋ ਸਕਦਾ ਹੈ ਜਿਹੜਾ ਨਿਯਮ ਵਿੱਚ ਚੱਲਦਾ ਹੋਵੇ। ਸੰਤੋਖੀ ਉਹੀ ਹੈ ਜਿਹੜਾ ਸੰਜਮ ਵਿੱਚ ਚੱਲਦਾ ਹੋਵੇ। ਜਿਸ ਬੰਦੇ ਦੀ ਜ਼ਿੰਦਗੀ ਸੰਜਮ ਤੋਂ ਬਾਹਰ ਹੋ ਜਾਵੇ, ਉਹ ਸੰਤੋਖੀ ਕਦਾਚਿਤ ਨਹੀਂ ਹੋ ਸਕਦਾ। ਸੰਤੋਖ, ਸਬਰ ਮਤਲਬ ਕਿ ਸੰਜਮ, ਤੇ ਸਬਰ ਸੰਤੋਖ ਪਰਮੇਸ਼ਰ ਵੱਲੋਂ ਪੈਦਾ ਕੀਤੇ ਇੱਕ ਬੜੇ ਮਹਾਨ ਗੁਣ ਨੇ। ਕਿਉਂਕਿ ਜਦੋਂ ਤੱਕ ਮਨੁੱਖ ਆਪਣੇ ਰਸਨਾ ਦੇ ਰਸਾਂ ਵੱਲੋਂ ਸੰਤੋਖੀ ਨਹੀਂ ਹੁੰਦਾ ਜਾਂ ਪਦਾਰਥਾਂ ਵੱਲੋਂ ਸੰਤੋਖੀ ਨਹੀਂ ਹੁੰਦਾ, ਉਦੋਂ ਤੱਕ ਅੰਦਰ ਦੀ ਯਾਤਰਾ ਕਰਨੀ ਆਰੰਭ ਹੀ ਨਹੀਂ ਕਰਦਾ, ਤੁਰਦਾ ਹੀ ਨਹੀਂ। ਕਿਉਂਕਿ ਜਦੋਂ ਤੱਕ ਪਰਮੇਸ਼ਰ ਦੇ ਨਾਮ ਵੱਲੋਂ ਹਟ ਕੇ ਦੁਨਿਆਵੀ ਪਦਾਰਥਾਂ ਦੀ ਲਾਲਸਾ ਹੈ, ਉਦੋਂ ਤੱਕ ਇਹ ਮਨ ਰੱਬ ਦੇ ਨਾਮ ਵੱਲ, ਉਸ ਵਾਹਿਗੁਰੂ ਦੀ ਮੰਜ਼ਿਲ ਵੱਲ ਨਹੀਂ ਚੱਲ ਸਕਦਾ। ਤਾਂ ਕਰਕੇ ਹਜੂਰ ਕਹਿੰਦੇ ਸੱਚ ਮਿਲੈ ਸੰਤੋਖੀਆਂ, ਅਥਵਾ ਜਿਸ ਨੂੰ ਸੱਚ ਸਰੂਪ ਵਾਹਿਗੁਰੂ ਮਿਲ ਜਾਵੇ ਉਹ ਸੰਤੋਖੀ ਹੋ ਜਾਂਦਾ ਹੈ। ਉਹਦੇ ਮਨ ਵਿੱਚ ਕਿਸੇ ਵੀ ਪਦਾਰਥ ਦੀ ਕੋਈ ਲਾਲਸਾ ਨਹੀਂ ਰਹਿੰਦੀ। ਮਨ ਅੰਦਰ ਐਸੀ ਸੰਤੁਸ਼ਟਤਾ, ਐਸਾ ਸਬਰ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਰੱਬ ਦੇ ਫਕੀਰਾਂ ਕੋਲ ਦੋ ਗੁਣ ਹੁੰਦੇ ਨੇ, ਸਬਰ ਤੇ ਸ਼ੁਕਰ। ਜੇਕਰ ਕਿਸੇ ਨੇ ਖਾਣ ਵਾਸਤੇ ਰੋਟੀ ਦੇ ਦਿੱਤੀ ਤੇ ਉਹਦਾ ਸ਼ੁਕਰ ਕਰ ਦੇਣਾ, ਜੇ ਕੁਝ ਖਾਣ ਵਾਸਤੇ ਨਹੀਂ ਮਿਲਿਆ ਤੇ ਫਿਰ ਰੋਣਾ ਕੁਰਲਾਉਣਾ ਨਹੀਂ, ਸਬਰ ਕਰਨਾ। ਮਿਲ ਗਿਆ ਤੇ ਸ਼ੁਕਰ, ਨਾ ਮਿਲਿਆ ਤੇ ਸਬਰ। ਪਰੰਤੂ ਗੁਰਮਤਿ ਦੇ ਵਿੱਚ ਇਸ ਨੂੰ ਥੋੜਾ ਹੋਰ ਡੂੰਘਾਈ ਦੇ ਨਾਲ ਵਿਚਾਰਿਆ ਅਤੇ ਸਿੱਖ ਨੂੰ ਦ੍ਰਿੜ ਕਰਵਾਇਆ ਗਿਆ ਕਿ ਜੇਕਰ ਨਾ ਮਿਲਿਆ ਫਿਰ ਤਾਂ ਸਬਰ, ਜੇ ਮਿਲ ਗਿਆ ਤੇ ਉਸ ਨੂੰ ਵੰਡ ਕੇ ਛਕਣ ਵਿੱਚ ਸ਼ੁਕਰ ਮਨਾਉਣਾ ਹੈ।
ਭਾਵੇਂ ਅੱਧੀ ਰੋਟੀ ਵੀ ਕਿਉਂ ਨਾ ਮਿਲੇ, ਉਸ ਨੂੰ ਵੀ ਵੰਡ ਕੇ ਛਕਣਾ ਤੇ ਫੇਰ ਸ਼ੁਕਰ ਮਨਾਉਣਾ। ਅੰਦਰ ਵੜ ਕੇ ਜਾਂ ਚੁੱਪਚਾਪ ਕੱਲੇ ਨਹੀਂ ਖਾ ਲੈਣਾ, ਵੰਡ ਕੇ ਛਕਣਾ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਗ੍ਰਿਫਤਾਰ ਕਰਕੇ ਦਿੱਲੀ ਦੇ ਕੈਦਖਾਨੇ ਵਿੱਚ ਬੰਦ ਕੀਤਾ ਗਿਆ, 700 ਸਿੰਘ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕੈਦ ਕਰ ਲਿਆ ਗਿਆ ਤੇ ਬੰਦਾ ਸਿੰਘ ਨੂੰ ਬਾਕੀ ਸਿੰਘਾਂ ਦੇ ਨਾਲੋਂ ਵੱਖਰਾ ਰੱਖਿਆ। ਜਿਹੜੇ ਕੈਦਖਾਨੇ ਦੇ ਵਿੱਚ ਸਿੱਖਾਂ ਨੂੰ ਬੰਦ ਕੀਤਾ ਹੈ, ਉੱਥੇ ਬੱਚੇ ਵੀ, ਬਜ਼ੁਰਗ, ਨੌਜਵਾਨ। ਹੁਣ ਨੌਜਵਾਨ ਤਾਂ ਫਾਕੇ ਕੜਾਕੇ ਝੱਲ ਲਵੇਗਾ, ਪਰ ਬੱਚੇ ਤੇ ਬਜ਼ੁਰਗ ਨੂੰ ਝੱਲਣੇ ਬੜੇ ਔਖੇ ਨੇ। ਸਰੀਰ ਨੂੰ એનર્ਜੀ ਚਾਹੀਦੀ ਹੈ, ਨਾ ਮਿਲੇ ਤੇ ਸਰੀਰ ਨਿਢਾਲ ਹੋ ਜਾਂਦਾ ਹੈ। ਜ਼ਾਲਮਾਂ ਨੇ ਬੜੇ ਤਸੀਹੇ ਦੇ ਕੇ ਵੇਖੇ, ਪਰ ਅਖੀਰ ਤੇ ਫਰਖਸੀਅਰ ਬਾਦਸ਼ਾਹ ਸੋਚਦਾ ਹੈ ਕਿ ਸਭ ਤੋਂ ਵੱਡਾ ਦੁੱਖ ਹੈ ਭੁੱਖ ਦਾ, ਤੇ ਹੁਣ ਇਹਨਾਂ ਸਿੱਖਾਂ ਨੂੰ ਭੁੱਖੇ ਰੱਖਿਆ ਜਾਵੇ। ਜਦੋਂ 3 ਦਿਨ ਲਗਾਤਾਰ ਭੁੱਖੇ ਰੱਖਿਆ ਗਿਆ ਤੇ ਸ਼ਾਮਾਂ ਨੂੰ ਇੱਕ ਰੋਟੀ ਜਮਾਦਾਰ ਨੇ ਜੇਲ੍ਹ ਦੇ ਬੂਹੇ ਤੇ ਲਿਜਾ ਕੇ ਸਾਰੇ ਸਿੱਖ ਕੈਦੀਆਂ ਨੂੰ ਦਿਖਾਈ ਤੇ ਸੋਚਿਆ ਕਿ ਰੋਟੀ ਦੇ ਟੁਕੜੇ ਨੂੰ ਵੇਖ ਕੇ ਸਿੱਖ ਆਪਸ ਦੇ ਵਿੱਚ ਲੜਨਗੇ, ਝਗੜਨਗੇ, ਧੱਕਾ ਮੁੱਕੀ ਹੋਣਗੇ ਤੇ ਅਸੀਂ ਤਮਾਸ਼ਾ ਵੇਖਾਂਗੇ। ਉਹਨੇ ਸਾਰੇ ਸਿੱਖ ਕੈਦੀਆਂ ਨੂੰ ਆਵਾਜ਼ ਦੇ ਕੇ ਜੇਲ੍ਹ ਦੀਆਂ ਸਲਾਖਾਂ ਤੋਂ ਰੋਟੀ ਨੂੰ ਅੰਦਰ ਸੁੱਟ ਦਿੱਤਾ ਕਿ ਸਿੱਖ ਹੁਣ ਰੋਟੀ ਇੱਕ ਹੈ, ਸਿੱਖ ਬਹੁਤ ਨੇ, ਵਿੱਚ ਬੱਚੇ ਵੀ, ਬਜ਼ੁਰਗ ਨੇ, ਤੇ ਇੱਕ ਰੋਟੀ ਨੂੰ ਕੌਣ ਕੌਣ ਖਾਵੇਗਾ ਵੇਖਾਂਗੇ। ਇੱਕ ਰੋਟੀ ਵਾਸਤੇ ਸਿੱਖ ਲੜਨਗੇ ਆਪਸ ਵਿੱਚ। ਕਹਿੰਦੇ ਨੇ ਜਦੋਂ ਉਹ ਰੋਟੀ ਇੱਕ ਬਜ਼ੁਰਗ ਦੇ ਹੱਥ ਵਿੱਚ ਸਭ ਤੋਂ ਪਹਿਲਾਂ ਆਈ ਤੇ ਉਸ ਬਜ਼ੁਰਗ ਨੇ ਆਪਣੇ ਨਾਲ ਬੈਠੇ ਇੱਕ ਨੌਜਵਾਨ ਦੇ ਹੱਥ ਵਿੱਚ ਉਹ ਫੁਲਕਾ ਫੜਾ ਦਿੱਤਾ ਤੇ ਆਖਿਆ, ਬੇਟਾ ਤੂੰ ਅਜੇ ਨੌਜਵਾਨ ਹੈ, ਮੈਂ ਤਾਂ ਜ਼ਿੰਦਗੀ ਨੂੰ ਵੇਖ ਲਿਆ, ਕੋਈ ਗੱਲ ਨਹੀਂ, ਜੇ ਭੁੱਖਾ ਵੀ ਪ੍ਰਾਣ ਤਿਆਗ ਜਾਵਾਂਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਮੈਨੂੰ ਪ੍ਰਾਪਤ ਹੋ ਜਾਏਗੀ, ਤੂੰ ਛਕ, ਤੇਰੇ ਸਰੀਰ ਨੂੰ ਰੋਟੀ ਦੀ ਲੋੜ ਹੈ। ਉਸ ਨੌਜਵਾਨ ਨੇ ਆਪਣੇ ਨਾਲ ਬੈਠੇ ਇੱਕ ਬੱਚੇ ਨੂੰ ਉਹ ਰੋਟੀ ਪਕੜਾ ਦਿੱਤੀ ਤੇ ਆਖਿਆ, ਬੇਟਾ ਤੂੰ ਇਸ ਪ੍ਰਸ਼ਾਦੇ ਨੂੰ ਛਕ, ਅਸੀਂ ਤੇ ਭੁੱਖ ਫਿਰ ਵੀ ਝੱਲ ਲਵਾਂਗੇ, ਤੂੰ ਛੋਟਾ ਬੱਚਾ ਹੈ, ਤੇਰੇ ਤੋਂ ਇਹ ਭੁੱਖ ਬਰਦਾਸ਼ਤ ਨਹੀਂ ਹੋਣੀ। ਉਸ ਬੱਚੇ ਨੇ ਰੋਟੀ ਹੋਰ ਅੱਗੇ ਫੜਾ ਦਿੱਤੀ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ। ਹੁਣ ਇੱਕ ਫੁਲਕਾ, ਇੱਕ ਪ੍ਰਸ਼ਾਦਾ ਪਕੜਾਇਆ ਤੇ ਸਾਰੀ ਜੇਲ੍ਹ ਦੇ ਸਿੱਖ ਕੈਦੀਆਂ ਦੇ ਵਿੱਚੋਂ ਉਹ ਇੱਕ ਪ੍ਰਸ਼ਾਦਾ ਹੀ ਘੁੰਮਦਾ ਘੁੰਮਦਾ ਉਸੇ ਬਜ਼ੁਰਗ ਦੇ ਹੱਥ ਆ ਗਿਆ ਜਿਹਦੇ ਕੋਲ ਸਭ ਤੋਂ ਪਹਿਲਾਂ ਉਹ ਪ੍ਰਸ਼ਾਦਾ ਆਇਆ ਸੀ। ਤੇ ਜੇਲ੍ਹ ਦੇ ਮੰਤਰੀ, ਸੰਤਰੀ, ਸਿਪਾਹੀ ਵੇਖ ਕੇ ਜਿੱਥੇ ਹੈਰਾਨ ਪਰੇਸ਼ਾਨ ਹੋਏ, ਉੱਥੇ ਸਿੱਖਾਂ ਦੇ ਸਿਦਕ, ਸਬਰ ਤੇ ਸੰਤੋਖ ਤੋਂ ਕੁਰਬਾਨ ਜਾਣ ਲੱਗੇ ਕਿ ਸਿੱਖੋ, ਕੈਸਾ ਹੈ ਤੁਹਾਡਾ ਗੁਰੂ ਜਿਨੇ ਤੁਹਾਡੇ ਅੰਦਰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਐਸੀ ਰੂਹ ਫੂਕ ਦਿੱਤੀ ਕਿ ਇੰਨਾ ਸਬਰ, ਇੰਨਾ ਸੰਤੋਖ। ਅਸੀਂ ਸੋਚਿਆ ਸੀ ਇੱਕ ਰੋਟੀ ਦੀ ਖੋਹ ਮੋਹ ਹੋਵੇਗੀ, ਸਿੱਖ ਇੱਕ ਦੂਜੇ ਦੇ ਕੇਸ ਪੁੱਟਣਗੇ, ਲੜਨਗੇ, ਝਗੜਨਗੇ, ਅਸੀਂ ਤਮਾਸ਼ਾ ਵੇਖਾਂਗੇ, ਪਰ ਤੁਹਾਡੇ ਅੰਦਰ ਤੇ ਸਬਰ, ਸੰਤੋਖ ਹੀ ਬਹੁਤ ਹੈ। ਜ਼ਾਲਮ ਵੀ ਸਿੱਖਾਂ ਦੇ ਉਸ ਸਬਰ, ਸੰਤੋਖ ਤੋਂ ਬੜਾ ਪ੍ਰਭਾਵਿਤ ਹੋਇਆ ਕਿ ਇਹਨਾਂ ਸਿੱਖਾਂ ਦੇ ਸਾਹਮਣੇ ਭੁੱਖ ਦਾ ਦੁੱਖ ਵੀ ਕੱਖ ਨਹੀਂ, ਇਹ ਭੁੱਖੇ ਰਹਿ ਕੇ ਵੀ ਆਪਣਾ ਗੁਜ਼ਾਰਾ ਕਰ ਲੈਂਦੇ ਨੇ। ਇਹ ਲੰਗਰ ਦੇ ਵਿੱਚੋਂ ਇੱਕ ਮੁੱਠ ਛੋਲਿਆਂ ਦੀ ਖਾ ਕੇ ਵੀ ਜ਼ਾਲਮਾਂ ਨੂੰ ਵੰਗਾਰਦੇ ਨੇ, ਲਾੜੀ ਮੌਤ ਨੂੰ ਵਿਆਹੁਣ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ, ਸੱਚ ਮਿਲੇ ਸੰਤੋਖੀਆ।
ਜਿਸ ਨੂੰ ਸੱਚ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ, ਅਥਵਾ ਜਿਹੜਾ ਸੱਚੀ ਵਿਚਾਰ ਤੇ ਸੱਚੇ ਉਪਦੇਸ਼ ਦੇ ਨਾਲ ਜੁੜ ਗਿਆ, ਉਹ ਭਾਈ ਸਬਰ ਸੰਤੋਖੀ ਹੋ ਜਾਂਦਾ ਹੈ। ਹਰ ਜਪ ਏਕੈ ਭਾਏ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਅੰਦਰ ਰਹਿ ਕੇ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ। ਭਾਈ ਰੇ ਸੰਤ ਜਨਾਂ ਕੀ ਰੇਣਾ। ਹੇ ਭਾਈ ਗੁਰਸਿੱਖੋ, ਪਰਮੇਸ਼ਰ ਦੇ ਪਿਆਰਿਆਂ ਦੀ ਸਦਾ ਹੀ ਚਰਨ ਧੂੜ ਬਣ ਕੇ ਰਹੋ, ਕਿਉਂਕਿ ਵਾਹਿਗੁਰੂ ਦੇ ਪਿਆਰਿਆਂ ਦੀ ਚਰਨ ਧੂੜ ਬਣਨ ਵਿੱਚ ਹੀ ਬੜਾ ਆਨੰਦ ਹੈ। ਦੁਨੀਆ ਦੇ ਵਿੱਚ ਉਹਦਾ ਸਤਿਕਾਰ ਹੁੰਦਾ ਹੈ ਜਿਹੜਾ ਰਾਜਾ ਮਹਾਰਾਜਾ ਤੇ ਕਿਸੇ ਪਦਵੀ ਦਾ ਮਾਲਕ ਹੋਵੇ। ਮੁੱਕ ਦੀ ਗੱਲ ਕਿ ਦੁਨੀਆ ਵਿੱਚ ਉਹਦਾ ਸਤਿਕਾਰ ਹੁੰਦਾ ਹੈ ਜਿਹਦਾ ਹੁਕਮ ਚੱਲਦਾ ਹੋਵੇ, ਪਰ ਗੁਰੂ ਘਰ ਵਿੱਚ ਉਹਦਾ ਸਤਿਕਾਰ ਹੁੰਦਾ ਹੈ ਜਿਹੜਾ ਹੁਕਮ ਮੰਨਦਾ ਹੋਵੇ। ਇੱਥੇ ਹੁਕਮ ਕਰਨ ਵਾਲਾ ਪ੍ਰਧਾਨ ਨਹੀਂ ਹੈ, ਹੁਕਮ ਮੰਨਣ ਵਾਲਾ ਪ੍ਰਧਾਨ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਹੁਕਮ ਮੰਨਣ ਵਾਲਾ ਇੱਥੇ ਪ੍ਰਵਾਨ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਸੰਤ ਜਨਾਂ ਕੀ ਰੇਣ। ਪਰਮਾਤਮਾ ਦੇ ਪਿਆਰੇ ਸਾਧੂ ਸੰਤਾਂ ਦੀ ਚਰਨ ਧੂੜੀ ਬਣ ਕੇ ਰਹੋ। ਚਰਨ ਧੂੜੀ ਬਣਨ ਦੇ ਵਿੱਚ ਹੀ ਬੜਾ ਆਨੰਦ ਹੈ। ਭਗਤ ਕਬੀਰ ਸਾਹਿਬ ਜੀ ਨੇ ਇੱਕ ਮਿੱਟੀ ਤੋਂ ਧੂੜ ਤੋਂ ਸਿੱਖਿਆ ਲੈ ਕੇ ਆਖਿਆ ਕਿ ਪਰਮਾਤਮਾ ਦੇ ਪਿਆਰੇ ਦਾ ਜੀਵਨ ਇੱਕ ਮਿੱਟੀ ਵਰਗਾ ਹੋਣਾ ਚਾਹੀਦਾ ਹੈ। ਹਰ ਜਨ ਐਸਾ ਚਾਹੀਏ ਜਿਉ ਧਰਨੀ ਮੈਂ ਖੇ। ਜਿਵੇਂ ਖਾਕ, ਜਿਵੇਂ ਮਿੱਟੀ ਬੜੀ ਨਿਮਰਤਾ ਵਿੱਚ ਹੈ, ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਨੂੰ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ। ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ, ਜੀਵਨ ਦੀਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਇਹ ਖਾਕ, ਇਹ ਜ਼ਮੀਨ, ਇਹ ਮਿੱਟੀ ਬੜੀ ਮਹਾਨ ਹੈ ਔਰ ਬੜੀ ਸ਼ਕਤੀਸ਼ਾਲੀ ਪ੍ਰਬਲ ਹੈ। ਤਾਂ ਕਰਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਖਾਕ ਵਰਗਾ, ਮਿੱਟੀ ਵਰਗਾ ਜੀਵਨ ਬਣਾ, ਭਾਵ ਨਿਮਰਤਾ ਵਿੱਚ ਰਹੋ। ਖਾਕ ਸੰਤਨ ਕੀ ਦੇਹੋ ਮੇਰੇ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਸੰਤ ਜਨਾਂ ਕੀ ਰੇਣ। ਕਿਸੇ ਲੀਡਰ, ਕਿਸੇ ਵੱਡੇ ਅਹੁਦੇਦਾਰ ਦੀ ਚਰਨ ਧੂੜ ਬਣਨ ਦੀ ਲੋੜ ਨਹੀਂ, ਭਾਵ ਉਹਦੇ ਪੈਰਾਂ ਤੇ ਸਿਰ ਰੱਖਣ ਦੀ ਲੋੜ ਨਹੀਂ। ਜੇ ਝੁਕਣਾ ਹੈ ਤੇ ਪਰਮੇਸ਼ਰ ਦੇ ਪਿਆਰਿਆਂ ਅੱਗੇ ਝੁਕ। ਇੱਥੇ ਝੁਕਣ ਵਾਲਾ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੋ ਜਾਂਦਾ ਹੈ। ਵਾਹਿਗੁਰੂ ਦੇ ਪਿਆਰਿਆਂ ਦੇ ਚਰਨਾਂ ਤੇ ਝੁਕਣ ਵਾਲਾ ਦੋਹੀਂ ਜਹਾਨੀ ਜਸ ਖੱਟਦਾ ਹੈ। ਪਰ ਲੀਡਰਾਂ ਦੀਆਂ ਚੱਪਲਾਂ ਚੱਟਣ ਵਾਲਾ ਤਾਂ ਇੱਥੇ ਵੀ ਲਾਹਣਤਾਂ ਖੱਟਦਾ ਹੈ, ਪਰ ਲੋਕ ਦੇ ਵਿੱਚ ਵੀ ਉਸ ਨੂੰ ਫਿਟਕਾਰਾਂ ਪੈਂਦੀਆਂ ਨੇ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਭਾਈ ਗੁਰਸਿੱਖੋ, ਪਰਮਾਤਮਾ ਦੇ ਪਿਆਰਿਆਂ ਦੀ ਚਰਨ ਧੂੜੀ ਬਣ ਕੇ ਰਹੋ, ਭਾਵ ਨਿਮਰਤਾ ਵਿੱਚ ਰਹਿਣ ਦੀ ਜਾਚ ਸਿੱਖੋ। ਸੰਤ ਸਭਾ ਗੁਰ ਪਾਈਐ, ਮੁਕਤ ਪਦਾਰਥ ਧੇਣ। ਸੰਤ ਸਭਾ ਭਾਵ ਪ੍ਰਭੂ ਦੇ ਪਿਆਰਿਆਂ ਦੀ ਸਾਧ ਸੰਗਤ ਦੇ ਵਿੱਚੋਂ ਗੁਰ ਪਾਈਐ, ਗੁਰਾਂ ਦਾ ਪਾਵਨ ਉਪਦੇਸ਼ ਪਾਈਦਾ ਹੈ, ਭਾਵ ਪ੍ਰਾਪਤ ਕਰੀਦਾ ਹੈ। ਮੁਕਤ ਪਦਾਰਥ ਧੇਣ, ਜਿਸ ਉਪਦੇਸ਼ ਦੀ ਬਦੌਲਤ ਮੁਕਤੀ ਰੂਪੀ ਪਦਾਰਥ ਪ੍ਰਾਪਤ ਹੁੰਦਾ ਹੈ। ਅਥਵਾ ਧੇਣ, ਕਾਮ ਧੇਨ ਗਊ, ਜਿਸ ਨੂੰ ਮੰਤਰਾਂ ਜੰਤਰਾਂ ਦੇ ਜ਼ੋਰ ਨਾਲ ਵਸ ਵਿੱਚ ਕੀਤਾ ਜਾਂਦਾ ਹੈ ਤੇ ਫਿਰ ਉਹਦੇ ਤੋਂ ਮਨ ਵਾਂਛਿਤ ਫਲ ਪ੍ਰਾਪਤ ਕੀਤੇ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਭਾਈ ਪਰਮਾਤਮਾ ਦੇ ਪਿਆਰੇ ਸਾਧੂਆਂ ਦੀ ਸੰਗਤ ਕਾਮ ਧੇਨ ਗਊ ਹੈ। ਸਾਧ ਸੰਗਤ ਵਿੱਚ ਆ ਕੇ ਹਰ ਇੱਛਾ ਪੂਰੀ ਹੁੰਦੀ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਕਾਮ ਧੇਨ ਗਊ ਕੋਲੋਂ ਵੀ ਉਹ ਪਦਾਰਥ ਨਹੀਂ ਪ੍ਰਾਪਤ ਹੋ ਸਕਦੇ, ਕਿਉਂਕਿ ਕਾਮ ਧੇਨ ਗਊ ਤਾਂ ਦੁਨਿਆਵੀ ਪਦਾਰਥਾਂ ਦੀ ਦਾਤੀ ਹੈ, ਪਰ ਸਾਧ ਸੰਗਤ ਮੁਕਤ ਪਦਾਰਥ ਨੂੰ ਦੇਣ ਵਾਲੀ ਦਾਤੀ ਕਾਮ ਧੇਨ ਗਊ ਹੈ।
ਤਾਂ ਕਰਕੇ ਮਹਾਰਾਜ ਕਹਿੰਦੇ ਮੁਕਤ ਪਦਾਰਥ, ਇਥੋਂ ਮੁਕਤੀ ਰੂਪੀ ਪਦਾਰਥ ਪ੍ਰਾਪਤ ਹੁੰਦਾ ਹੈ। ਕੇਵਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਪ੍ਰਮਾਤਮਾ ਵਿੱਚ ਅਭੇਦਤਾ ਮਿਲ ਜਾਂਦੀ ਹੈ ਜਦੋਂ ਸਾਧ ਸੰਗਤ ਵਿੱਚ ਬੈਠ ਕੇ ਗੁਰੂ ਸਾਹਿਬ ਦਾ ਉਪਦੇਸ਼ ਗ੍ਰਹਿਣ ਕਰੀਏ। ਰਹਾਉ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਜੀ। ਊਚੋ ਥਾਨ ਸੁਹਾਵਣਾ, ਊਪਰ ਮਹਿਲ ਮੁਰਾਰ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਮੇਰੇ ਪਰਮਾਤਮਾ ਦਾ ਅਸਥਾਨ ਬਹੁਤ ਉੱਚਾ ਹੈ ਤੇ ਉਹ ਥਾਂ ਬੜਾ ਸੁਹਾਵਣਾ ਭਾਵ ਸੁੰਦਰ ਹੈ। ਉਸੇ ਹੀ ਉੱਚੇ ਮਹਿਲ ਦੇ ਵਿੱਚ ਮੇਰਾ ਮੁਰਾਰੀ ਭਾਵ ਵਾਹਿਗੁਰੂ ਪਰਮਾਤਮਾ ਆਪਣਾ ਵਾਸ ਕਰਦਾ ਹੈ। ਉਹਦਾ ਅਸਥਾਨ, ਉਹਦਾ ਟਿਕਾਣਾ ਬਹੁਤ ਉੱਚਾ ਹੈ। ਉੱਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ। ਨਾਨਕ ਪ੍ਰਭ ਸਰਨਾਗਤੀ ਰਾਖਣ ਕਉ ਸਮਰੱਥ। ਦੁਨਿਆਵੀ ਬਾਦਸ਼ਾਹਾਂ ਦੇ ਦੁਆਰ ਵੀ ਬਹੁਤ ਉੱਚੇ ਨੇ ਔਰ ਹਰ ਕੋਈ ਉਹਨਾਂ ਉੱਚੇ ਦੁਆਰਾਂ ਤੇ ਜਾ ਕੇ ਦਸਤਕ ਨਹੀਂ ਦੇ ਸਕਦਾ। ਜਾਣ ਵਾਸਤੇ ਪਰਮਿਸ਼ਨ ਚਾਹੀਦੀ ਹੈ, ਕਿਸੇ ਦੀ ਸਿਫਾਰਿਸ਼ ਚਾਹੀਦੀ ਹੈ, ਫਿਰ ਹੀ ਉਹਨਾਂ ਉੱਚੇ ਦਰਵਾਜ਼ਿਆਂ ਤੇ ਦਸਤਕ ਦਿੱਤੀ ਜਾ ਸਕਦੀ ਹੈ। ਗੁਰੂ ਸਾਹਿਬ ਕਹਿੰਦੇ ਪਰ ਇਹ ਦਰਵਾਜ਼ੇ ਤਾਂ ਫਿਰ ਵੀ ਕਿਸੇ ਹੱਦ ਤੱਕ ਬਹੁਤ ਛੋਟੇ ਨੇ। ਮੇਰੇ ਵਾਹਿਗੁਰੂ ਦਾ ਦਰਵਾਜ਼ਾ, ਮੇਰੇ ਵਾਹਿਗੁਰੂ ਦਾ ਅਸਥਾਨ ਬਹੁਤ ਉੱਚਾ ਹੈ। ਮੈਂ ਪੇਖਿਓ ਦੀ ਉੱਚਾ, ਮੋਹਨ ਸਭ ਤੇ ਉੱਚਾ। ਆਨ ਨਾ ਸਮਸਰ ਕੋਉ ਲਾਗੈ, ਢੂੰਡ ਰਹੇ ਹਮ ਮੂਚਾ। ਗੁਰੂ ਪਾਤਸ਼ਾਹ ਕਹਿੰਦੇ ਮੈਂ ਉਸ ਵਾਹਿਗੁਰੂ ਦੇ ਅਸਥਾਨ ਦੇ ਦਰਸ਼ਨ ਕੀਤੇ ਨੇ। ਉਹ ਅਸਥਾਨ ਬਹੁਤ ਉੱਚਾ ਹੈ, ਬਹੁਤ ਉੱਚਾ ਹੈ। ਮਹਾਰਾਜ ਕਿੰਨਾ ਕੁ ਉੱਚਾ ਹੈ? ਤੇ ਸਾਹਿਬ ਕਹਿੰਦੇ ਬਸ ਇੰਨਾ ਜਾਣਦੇ ਹਾਂ ਕਿ ਉਹਦੇ ਵਰਗਾ ਕੋਈ ਦੂਸਰਾ ਉੱਚਾ ਨਹੀਂ ਹੈ। ਆਨ ਨਾ ਸਮਸਰ ਕੋਉ ਲਾਗੈ, ਢੂੰਡ ਰਹੇ ਹਮ ਮੂਚਾ। ਬਹੁ ਬੇਅੰਤ ਅਤ ਬਡੋ ਗਾਹਰੋ, ਥਾਹ ਨਹੀਂ ਅਗਹੂਚਾ। ਤੋਲ ਨਾ ਤੁਲੀਐ, ਮੋਲ ਨਾ ਮੁਲੀਐ, ਕਤ ਪਾਈਐ ਮਨ ਰੂਚਾ। ਖੋਜ ਅਸੰਖਾ ਅਨਕਤ ਪੰਥਾ, ਬਿਨ ਗੁਰ ਨਹੀਂ ਪਹੁੰਚਾ। ਕਹੋ ਨਾਨਕ ਕਿਰਪਾ ਕਰੀ ਠਾਕੁਰ, ਮਿਲ ਸਾਧੂ ਰਸ ਪੁੰਚਾ। ਜਦੋਂ ਉਹ ਮਾਲਕ ਸੁਆਮੀ ਵਾਹਿਗੁਰੂ ਕਿਰਪਾ ਕਰਦਾ ਹੈ ਤਾਂ ਹੀ ਉਸ ਦੇ ਨਾਮ ਰਸ ਦਾ ਆਨੰਦ ਇਹ ਨਿਮਾਣਾ ਜੀਵ ਮਾਣ ਸਕਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਉੱਚਾ ਥਾਨ ਸੁਹਾਵਣਾ। ਮੇਰੇ ਵਾਹਿਗੁਰੂ ਦਾ ਅਸਥਾਨ, ਮੇਰੇ ਵਾਹਿਗੁਰੂ ਦਾ ਟਿਕਾਣਾ ਬੜਾ ਉੱਚਾ ਹੈ, ਫਿਰ ਬਹੁਤ ਸੁੰਦਰ ਹੈ। ਉਸ ਉੱਚ ਟਿਕਾਣੇ ਦੇ ਵਿੱਚ ਮੁਰਾਰੀ ਪਰਮੇਸ਼ਰ ਦਾ ਵਾਸ ਹੈ। ਅਥਵਾ ਉੱਚਾ ਅਸਥਾਨ ਕਿਹੜਾ ਹੈ? ਦਸਮ ਦੁਆਰ। ਦਸਮ ਦੁਆਰ ਰੂਪੀ ਅਸਥਾਨ ਬੜਾ ਉੱਚਾ ਹੈ। ਅਥਵਾ ਉੱਚਾ ਅਸਥਾਨ ਹੈ ਸਾਧ ਸੰਗਤ ਰੂਪੀ ਅਸਥਾਨ। ਇਹ ਵੀ ਭਾਈ ਬਹੁਤ ਉੱਚਾ ਹੈ। ਦੁਨੀਆ ਦੀਆਂ ਮਹਿਫਲਾਂ ਮਜਲਿਸਾਂ ਦੇ ਨਾਲੋਂ ਸਾਧ ਸੰਗਤ ਦਾ ਅਸਥਾਨ ਤਾਂ ਬਹੁਤ ਉੱਚਾ ਹੈ। ਔਰ ਇਸੇ ਹੀ ਅਸਥਾਨ ਦੇ ਵਿੱਚ ਮੇਰਾ ਵਾਹਿਗੁਰੂ ਆਪਣਾ ਵਸੇਬਾ ਕਰਦਾ ਹੈ। ਸਾਚ ਕਰਨੀ ਦੇ ਪਾਈਐ, ਦਰ ਕਰ ਮਹਿਲ ਪਿਆਰ। ਜਦੋਂ ਸੱਚੀ ਕਰਨੀ ਭਾਵ ਭਗਤੀ ਰੂਪੀ ਕਰਨੀ ਜੀਵ ਕਰਦਾ ਹੈ ਤੇ ਉਸੇ ਕਰਨੀ ਦੁਆਰਾ ਹੀ ਉਸ ਪਰਮੇਸ਼ਰ ਦਾ ਘਰ ਤੇ ਉਹਦਾ ਦਰ ਭਾਵ ਦਰਵਾਜ਼ਾ ਪ੍ਰਾਪਤ ਕਰੀਦਾ ਹੈ। ਤੇ ਜਿਹੜਾ ਜੀਵ ਸੱਚੀ ਕਰਨੀ ਕਮਾਵੇ, ਭਗਤੀ ਰੂਪੀ ਕਰਨੀ ਕਰੇ, ਅਥਵਾ ਜਿਹੜਾ ਨੇਕ ਆਚਰਣ ਵਾਲਾ ਹੋਵੇ, ਜਿਹਦਾ ਕਰੈਕਟਰ ਬੜਾ ਚੰਗਾ ਹੋਵੇ, ਉਹਦੇ ਨਾਲ ਪਰਮੇਸ਼ਰ ਪਿਆਰ ਕਰਦਾ ਹੈ। ਦਰ ਘਰ ਮਹਿਲ ਪਿਆਰ। ਵਾਹਿਗੁਰੂ ਉਸ ਜੀਵ ਦੇ ਨਾਲ ਪ੍ਰੇਮ ਕਰਦਾ ਹੈ ਜਿਹੜਾ ਨਿਯਮ ਵਿੱਚ ਰਹੇ, ਸੰਜਮ ਵਿੱਚ ਰਹੇ ਤੇ ਆਪਣੀ ਕਰਨੀ ਨੂੰ ਨੇਕ ਬਣਾਵੇ। ਕਿਉਂਕਿ ਸਾਹਿਬਾਂ ਦਾ ਪਾਵਨ ਬਚਨ ਹੈ ਕਿ ਸਾਲ ਗ੍ਰਾਮ ਬਿਪ ਪੂਜ ਮਨਾਵਹੁ, ਸੁਕ੍ਰਿਤ ਤੁਲਸੀ ਮਾਲਾ। RAM ਨਾਮ ਜਪ ਬੇੜਾ ਬੰਦ ਹੋ, ਦਇਆ ਕਰੋ ਦਇਆਲਾ।
ਹਜੂਰ ਬਖਸ਼ਿਸ਼ ਕਰਦੇ ਹਨ ਕਿ ਸਾਲਗ੍ਰਾਮ ਦੀ ਮੂਰਤੀ ਦੀ ਸੇਵਾ, ਸਾਲਗ੍ਰਾਮ ਬਿਪ ਪੂਜ ਮਨਾਵੋ। हे ਬਿਪਰ, हे ਬ੍ਰਾਹਮਣ, ਤੂੰ ਸਾਲਗ੍ਰਾਮ ਦੀ ਮੂਰਤੀ ਦੀ ਬੜੀ ਸੇਵਾ ਕਰਦਾ ਹੈ, ਸਵੇਰੇ ਸ਼ਾਮ ਤੇ ਦੁਪਹਿਰੇ ਸੰਧਿਆ ਕਰਦਾ ਹੈ, ਆਪਣੇ ਨਿਯਮ ਦੇ ਵਿੱਚ ਕਦੇ ਵੀ ਫਰਕ ਨਹੀਂ ਪੈਣ ਦਿੰਦਾ। ਪਰ ਇਹਨਾਂ ਸਾਰੇ ਕਰਮਾਂ ਦੇ ਬਰਾਬਰ ਵਾਹਿਗੁਰੂ ਦੇ ਦਰ ਦੇ ਉੱਪਰ ਸੁਕ੍ਰਿਤ ਭਾਵ ਚੰਗੀ ਕਰਨੀ, ਨੇਕ ਆਚਰਣ, ਚੰਗਾ ਕਰੈਕਟਰ ਉਹਦੇ ਦਰ ਤੇ ਮਨਜ਼ੂਰ ਹੈ। ਸੁਕ੍ਰਿਤ ਤੁਲਸੀ ਮਾਲਾ, ਰੁਦਰਾਖ ਦੀ ਮਾਲਾ ਕੀ ਹੈ? ਜਿਹੜਾ ਚੰਗਾ ਆਚਰਣ ਹੈ। ਰਾਮ ਨਾਮ ਜਪ ਬੇੜਾ ਬੰਦ ਹੋ, ਦਇਆ ਕਰੋ ਦਇਆਲਾ। ਪਰਮੇਸ਼ਰ ਦੇ ਨਾਮ ਨੂੰ ਜਪਣ ਰੂਪੀ ਬੇੜਾ ਬੰਨੋ, ਭਾਵ ਬੇੜਾ ਤਿਆਰ ਕਰੋ ਜਿਹੜਾ ਭਵ ਸਾਗਰ ਦੇ ਵਿੱਚੋਂ ਪਾਰ ਕਰਨ ਵਾਸਤੇ ਸਹਾਈ ਹੋਵੇਗਾ। ਤਾਂ ਕਰਕੇ ਹਜੂਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਭਾਈ ਦਰ ਕਰ ਮਹਿਲ ਪਿਆਰ। ਵਾਹਿਗੁਰੂ ਉਹਨਾਂ ਜੀਵਾਂ ਦੇ ਨਾਲ ਪ੍ਰੇਮ ਕਰਦਾ ਹੈ ਜਿਨ੍ਹਾਂ ਦੀ ਕਰਨੀ ਚੰਗੀ ਹੈ, ਅਥਵਾ ਜਿਨ੍ਹਾਂ ਨੇ ਭਗਤੀ ਰੂਪੀ ਕਰਨੀ ਕਮਾਈ ਹੈ। ਕਿਉਂਕਿ ਪਿਆਰਿਓ, ਪਰਮੇਸ਼ਰ ਦੇ ਘਰ ਵਿੱਚ ਤਾਂ ਕਰਨੀ ਪ੍ਰਧਾਨ ਹੈ, ਉੱਥੇ ਗਿਆਨ ਪ੍ਰਧਾਨ ਨਹੀਂ ਹੈ, ਕਰਨੀ ਪ੍ਰਧਾਨ ਹੈ। ਗੁਰ ਕਰਨੀ ਪ੍ਰਧਾਨ, ਕਰਨੀ ਬਾਝੋਂ ਪਿਸਤ ਨਾ ਹੋਏ। ਗਿਆਨ ਗ੍ਰੰਥ ਪੜ੍ਹ ਕੇ, ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਹਜੂਰ ਕਹਿੰਦੇ ਸੇਧ ਤਾਂ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਨਾਲ ਮੰਜ਼ਿਲ ਨਹੀਂ ਮਿਲ ਸਕਦੀ। ਮੰਜ਼ਿਲ ਤੱਕ ਪਹੁੰਚਣ ਦਾ ਰਸਤਾ ਨਜ਼ਰ ਜ਼ਰੂਰ ਆ ਸਕਦਾ ਹੈ, ਪਰ ਉਸ ਮੰਜ਼ਿਲ ਤੇ ਪਹੁੰਚਣ ਵਾਸਤੇ ਤੈਨੂੰ ਆਪਣੇ ਪੈਰੀਂ ਆਪ ਤੁਰਨਾ ਪਵੇਗਾ, ਭਾਵ ਕਰਨੀ ਆਪ ਕਮਾਉਣੀ ਪਵੇਗੀ। ਭਗਤੀ ਰੂਪੀ ਕਰਨੀ ਕਰਕੇ ਹੀ ਉਸ ਵਾਹਿਗੁਰੂ ਦੇ ਦਰ ਤੇ ਪਹੁੰਚਿਆ ਜਾ ਸਕਦਾ ਹੈ। ਗੁਰਮੁਖ ਮਨ ਸਮਝਾਈਐ, ਆਤਮ ਰਾਮ ਵਿਚਾਰ। ਮੁਖੀ ਗੁਰਾਂ ਤੋਂ ਉਪਦੇਸ਼ ਪ੍ਰਾਪਤ ਕਰਕੇ ਇਸ ਭੁੱਲੇ ਭਟਕੇ ਕੁਰਾਹੇ ਪਏ ਹੋਏ ਮਨ ਨੂੰ ਸਮਝਾਉਣਾ ਕਰੀਏ। ਆਤਮ ਰਾਮ ਵਿਚਾਰ, ਆਤਮਾ ਸਰੂਪ ਹੈ ਜੋ ਸਾਰਿਆਂ ਦਾ, ਔਰ ਸਭ ਦੇ ਅੰਦਰ ਜੇ ਸਾਖੀ ਚੇਤਨ ਦਾ ਪ੍ਰਕਾਸ਼ ਹੈ, ਉਹਦੀ ਵਿਚਾਰ ਕਰੀਏ, ਭਾਵ ਉਸ ਵਾਹਿਗੁਰੂ ਦੇ ਨਾਮ ਨੂੰ ਵਿਚਾਰੀਏ। ਪਰਮਾਤਮਾ ਦੇ ਨਾਮ ਦੀ ਵਿਚਾਰ ਨੂੰ ਆਪਣੇ ਮਨ ਅੰਦਰ ਦ੍ਰਿੜ ਕਰੀਏ। ਇਬਦ ਕਰਮ ਕਮਾਈਐ ਹੈ, ਆਸ ਅੰਦੇਸਾ ਹੋਏ। ਤ੍ਰਿਬਿਧ ਭਾਵ ਤਿੰਨ ਤਰ੍ਹਾਂ ਦੇ ਕਰਮ, ਉੱਤਮ, ਮੱਧਮ, ਕਨਿਸ਼ਠ। ਜਿਹੜਾ ਜੀਵ ਇਹਨਾਂ ਤਿੰਨ ਪ੍ਰਕਾਰ ਦੇ ਕਰਮਾਂ ਨੂੰ ਕਮਾਉਂਦਾ ਹੈ, ਉਹਦੇ ਮਨ ਅੰਦਰ ਦੋ ਦੋਸ਼ ਪੈਦਾ ਹੁੰਦੇ ਨੇ, ਇੱਕ ਆਸਾ ਅਤੇ ਅੰਦੇਸਾ। ਉੱਤਮ, ਮੱਧਮ, ਕਨਿਸ਼ਠ ਕਰਮਾਂ ਨੂੰ ਕਰਕੇ ਜੀਵ ਦੇ ਅੰਦਰ ਆਸਾ ਉਤਪੰਨ ਹੁੰਦੀ ਹੈ, ਤੇ ਅੰਦੇਸਾ ਤੋਂ ਭਾਵ ਹੈ ਸੰਸਾ। ਆਸ ਪੈਦਾ ਹੋਣ ਤੋਂ ਬਾਅਦ ਵਿੱਚ ਮਨ ਅੰਦਰ ਸੰਸਾ ਲੱਗਾ ਰਹਿੰਦਾ ਹੈ ਕਿ ਪਤਾ ਨਹੀਂ ਇਹ ਆਸ ਪੂਰੀ ਹੋਵੇਗੀ ਜਾਂ ਨਹੀਂ ਹੋਵੇਗੀ। ਫਿਰ ਉੱਤਮ ਕਰਮ ਕਰਨ ਤੋਂ ਬਾਅਦ ਵਿੱਚ ਵੀ ਇਸ ਗੱਲ ਦਾ ਸੰਸਾ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ ਮੇਰਾ ਕਰਮ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਏਗਾ ਜਾਂ ਨਹੀਂ ਹੋਏਗਾ। ਕਿਉਂਕਿ ਜਿਹੜੀ ਪ੍ਰਤਿਗਿਆ ਕਰਕੇ ਮੈਂ ਕਰਮ ਆਰੰਭ ਕੀਤਾ ਸੀ, ਉਹ ਪ੍ਰਤਿਗਿਆ ਦੇ ਵਿੱਚ ਮੈਂ ਪੂਰਾ ਨਹੀਂ ਉਤਰ ਸਕਿਆ। ਮੇਰੇ ਤੋਂ ਜਿਹੜੇ ਕਈ ਨਿਯਮ ਨੇ ਉਹ ਢਿੱਲ ਰਹਿ ਗਈ, ਉਹਨਾਂ ਨਿਯਮਾਂ ਦੇ ਵਿੱਚ ਪੂਰੇ ਨਹੀਂ ਨਿਭਾ ਸਕਿਆ। ਇਸ ਗੱਲ ਦਾ ਅੰਦੇਸਾ ਲੱਗਾ ਰਹਿੰਦਾ ਹੈ। ਅਥਵਾ ਤ੍ਰਿਵਿਧ ਕਰਮ, ਤਿੰਨ ਤਰ੍ਹਾਂ ਦੇ ਕਰਮ ਕਿਹੜੇ ਹਨ? ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹ ਵੀ ਤਿੰਨ ਪ੍ਰਕਾਰ ਦੇ ਕਰਮ ਨੇ। ਇਹਨਾਂ ਤਿੰਨਾਂ ਕਰਮਾਂ ਨੂੰ ਕਮਾਉਣ ਵਾਲਾ ਜੀਵ ਹਮੇਸ਼ਾ ਆਸ ਅਤੇ ਅੰਦੇਸੇ ਦੇ ਵਿੱਚ ਰਹਿੰਦਾ ਹੈ। ਪਹਿਲਾਂ ਮਨ ਅੰਦਰ ਇੱਛਾ ਧਾਰਨ ਕਰਦਾ ਹੈ, ਫਿਰ ਉਸ ਇੱਛਾ ਦੇ ਬਾਬਤ ਦੁਬਿਧਾ ਬਣ ਜਾਂਦੀ ਹੈ ਕਿ ਪਤਾ ਨਹੀਂ ਖੌਰੇ ਇਹ ਪੂਰੀ ਹੋਵੇਗੀ ਜਾਂ ਨਹੀਂ ਹੋਵੇਗੀ। ਜੇ ਤਾਂ ਪੂਰੀ ਹੋ ਗਈ ਫਿਰ ਤੇ ਪੌਂ 12, ਜੇ ਨਾ ਪੂਰੀ ਹੋਈ ਤੇ ਫਿਰ ਮੇਰਾ ਕੀ ਬਣੇਗਾ। ਹਾਥ ਪਛੋੜੈ ਸਿਰ ਧੁਣੈ ਜਬ ਰੈਣ ਵਿਹਾਣੀ।
ਫਿਰ ਮੱਥੇ ਨੂੰ ਹੱਥ ਮਾਰ ਕੇ ਰੋਂਦਾ ਹੈ। ਅੰਦੇਸਾ ਮਨ ਵਿੱਚ ਬਣਿਆ ਰਹਿੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਭਾਈ ਮਾਇਆ ਦਾ ਹੀ ਪਸਾਰਾ ਹੈ। ਕਿਉ ਗੁਰ ਬਿਨ ਤ੍ਰਿਕੁਟੀ ਛੁੱਟ ਸੀ, ਸਹਿਜ ਮਿਲਿਆ ਸੁਖ ਹੋਏ। ਗੁਰੂ ਸਾਹਿਬ ਦੀ ਕਿਰਪਾ ਤੋਂ ਬਗੈਰ ਤ੍ਰਿਕੁਟੀ ਨਹੀਂ ਛੁੱਟਦੀ। ਤ੍ਰਿਪੁਟੀ ਕੀ ਹੈ? ਗਿਆਤਾ ਗਿਆਨ ਗੇ, ਧਿਆਤਾ ਧਿਆਨ ਤੇ, ਪਰਮਾਤਾ ਪਰਮਾਨ ਪਰਮੇ, ਜਿਸ ਦਾ ਭਾਵ ਹੈ ਕਰਤਾ ਕਿਰਿਆ ਤੇ ਕਰਮ। ਮੈਂ ਜਿਸ ਕੰਮ ਨੂੰ ਕਰ ਰਿਹਾ ਹਾਂ ਮੈਂ ਕਰਤਾ ਹਾਂ, ਤੇ ਕਰਤਾ ਕੌਣ ਹੈ? ਗਿਆਤਾ। ਫਿਰ ਜਿਸ ਵਸਤੂ ਨੂੰ, ਜਿਸ ਕਾਰਜ ਨੂੰ ਮੈਂ ਕਰ ਰਿਹਾ ਹਾਂ ਉਹ ਕੀ ਹੈ? ਕਰਮ। ਕਰਤਾ ਕਰਮ, ਤੇ ਕਰਮ ਕੀ ਹੈ? ਗਿਆਨ। ਤੇ ਕਰਤਾ ਕਰਮ ਤੇ ਕਿਰਿਆ। ਉਸ ਕਰਮ ਨੂੰ ਕਰਨ ਵਾਸਤੇ, ਭਾਵ ਗਿਆਨ ਹਾਸਲ ਕਰਨ ਵਾਸਤੇ ਜਿਹੜਾ ਉਦਮ ਕਰ ਰਿਹਾ ਹਾਂ ਇਹ ਹੈ ਗੇ। ਗਿਆਤਾ ਗਿਆਨ ਗੇ। ਜਿਵੇਂ ਮਾਨੋ ਕਿ ਮੈਂ ਥੱਲੇ ਧਰਤੀ ਤੇ ਖੜਾ ਹਾਂ ਤੇ ਉੱਪਰ ਕਿਸੇ ਉੱਚੀ ਮੰਜ਼ਲ ਦੇ ਉੱਪਰ ਕੋਈ ਕਬੂਤਰ ਬੈਠਾ ਹੈ। ਮੈਂ ਉਸ ਕਬੂਤਰ ਵੱਲ ਵੇਖ ਰਿਹਾ ਹਾਂ। ਮੈਂ ਕੌਣ ਹਾਂ? ਗਿਆਤਾ। ਤੇ ਵੇਖ ਰਿਹਾ ਹਾਂ ਕਬੂਤਰ ਨੂੰ, ਇਸ ਕਰਕੇ ਕਬੂਤਰ ਕੀ ਹੈ? ਗਿਆਨ। ਗਿਆਤਾ ਗਿਆਨ। ਤੇ ਜਿਸ ਵਸਤੂ ਨੇ ਸਾਡੇ ਦੋਵਾਂ ਦੇ ਦਰਮਿਆਨ ਸੰਬੰਧ ਬਣਾਇਆ ਹੈ ਉਹਦਾ ਨਾਮ ਹੈ ਗੇ। ਤੋ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਜਿਹੜੇ ਤਿੰਨ ਤਰ੍ਹਾਂ ਦੇ ਬੰਦੇ ਦੇ ਅੰਦਰ ਭੁਲੇਖੇ ਪਏ ਨੇ ਕਿ ਇੱਕ ਮੈਂ ਹਾਂ, ਇੱਕ ਪਰਮੇਸ਼ਰ ਹੈ ਤੇ ਇੱਕ ਨੇ ਸਾਡੇ ਅੰਦਰ ਸੰਬੰਧ ਬਣਾਇਆ ਹੋਇਆ ਹੈ। ਇਹ ਤ੍ਰਿਪੁਟੀ ਜਦੋਂ ਛੁੱਟ ਜਾਂਦੀ ਹੈ, ਬਾਣੀ ਦਾ ਬਚਨ ਹੈ ਤ੍ਰਿਕੁਟੀ ਛੂਟੈ, ਦਸਵਾਂ ਦਰ ਖੁੱਲੈ, ਤਾਂ ਮਨ ਖੀਵਾ ਭਾਈ। ਜਦੋਂ ਇਹ ਗਿਆਤਾ ਗਿਆਨ ਗੇ, ਪਰਮਾਤਾ ਪਰਮਾਨ ਪਰਮੇ ਤੇ ਕਰਤਾ ਕਿਰਿਆ ਕਰਮ ਦੀ ਤ੍ਰਿਪੁਟੀ ਛੁੱਟਦੀ ਹੈ, ਹੇ ਭਾਈ, ਉਦੋਂ ਹੀ ਦਸਮ ਦੁਆਰ ਦੇ ਵਿੱਚ ਪਹੁੰਚ ਕੇ ਮਨ ਆਨੰਦਮਈ ਅਵਸਥਾ ਨੂੰ ਮਾਣਦਾ ਹੈ। ਤਾਂ ਕਰਕੇ ਹਜੂਰ ਕਹਿੰਦੇ ਕਿਉਂ ਗੁਰਬਿਨ ਤ੍ਰਿਕੁਟੀ ਛੁੱਟ ਸੀ। ਗੁਰੂ ਦੀ ਕਿਰਪਾ ਤੋਂ ਬਗੈਰ ਇਹ ਤ੍ਰਿਪੁਟੀ ਨਹੀਂ ਖੁੱਲਦੀ। ਤੇ ਇਸੇ ਪ੍ਰਕਾਰ ਹਜੂਰ ਕਹਿੰਦੇ ਸਹਿਜ ਮਿਲਿਆ ਸੁਖ ਹੋਏ। ਸਹਿਜ ਅਵਸਥਾ ਨੂੰ ਪ੍ਰਾਪਤ ਕਰਕੇ ਜੀਵ ਨੂੰ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ। ਅਥਵਾ ਵਿਦਵਾਨਾਂ ਨੇ ਤ੍ਰਿਕੁਟੀ ਦਾ ਅਰਥ ਤਿਉੜੀ ਵੀ ਕੀਤਾ ਹੈ। ਤਿਉੜੀ ਭਾਵ ਬੰਦੇ ਦੇ ਮਨ ਦੀ ਖਿਝ ਗੁਰੂ ਦੀ ਕਿਰਪਾ ਤੋਂ ਬਗੈਰ ਦੂਰ ਨਹੀਂ ਹੋ ਸਕਦੀ। ਤ੍ਰਿਕੁਟੀ ਮਤਲਬ ਮੱਥੇ ਦੀ ਤਿਉੜੀ, ਗੁੱਸਾ, ਕ੍ਰੋਧ, ਇਹ ਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ ਖਤਮ ਹੁੰਦੇ। ਨਿਜ ਘਰ ਮਹਿਲ ਪਛਾਣੀਐ, ਨਦਰ ਕਰੇ ਮਲ ਧੋਏ। ਨਿਜ ਘਰ ਭਾਵ ਆਤਮਿਕ ਸਰੂਪ, ਸਰੂਪ ਰੂਪੀ ਮਹੱਲ ਨੂੰ ਪਛਾਣ ਲਈਦਾ ਹੈ। ਨਦਰ ਕਰੇ ਮਲ ਧੋਏ। ਜਦੋਂ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਮਿਹਰ ਦੀ ਨਜ਼ਰ ਕਰਕੇ ਪਾਪਾਂ ਦੀ ਮੈਲ ਨੂੰ ਧੋ ਦਿੰਦਾ ਹੈ, ਜਦ ਪਾਪਾਂ ਦੀ ਮੈਲ ਧੁੱਪਦੀ ਹੈ ਉਦੋਂ ਫਿਰ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ। ਜਿਵੇਂ ਸ਼ੀਸ਼ਾ ਸਾਹਮਣੇ ਰੱਖਿਆ ਹੋਵੇ ਤੇ ਬੰਦਾ ਵੀ ਤਿਆਰ ਹੋ ਕੇ ਸ਼ੀਸ਼ੇ ਦੇ ਸਾਹਮਣੇ ਬੈਠਾ ਹੋਏ, ਪਰ ਚਿਹਰਾ ਫਿਰ ਵੀ ਸਾਫ਼ ਨਹੀਂ ਦਿਸਦਾ। ਚਿਹਰਾ ਫਿਰ ਵੀ ਸਾਫ਼ ਨਹੀਂ ਦਿਸਦਾ। ਵਜ੍ਹਾ ਕੀ ਹੈ? ਵਜ੍ਹਾ ਇਹ ਹੈ ਕਿ ਸ਼ੀਸ਼ੇ ਦੇ ਉੱਪਰ ਘੱਟਾ ਪਿਆ ਹੈ। ਜਿੰਨਾ ਚਿਰ ਤੱਕ ਉਹ ਮਿੱਟੀ ਉਸ ਘੱਟੇ ਨੂੰ ਨਹੀਂ ਲਾਇਆ ਜਾਂਦਾ ਉਦੋਂ ਤੱਕ ਚਿਹਰਾ ਸਾਫ਼ ਨਹੀਂ ਦਿਖਾਈ ਦੇ ਸਕਦਾ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਜਦੋਂ ਤੱਕ ਭਾਈ ਮਨ ਉੱਪਰੋਂ, ਕਿਉਂਕਿ ਇਹੋ ਮਨ ਆਰਸੀ ਕੋਈ ਗੁਰਮੁਖ ਵੇਖੈ, ਮਨ ਵੀ ਇੱਕ ਸ਼ੀਸ਼ਾ ਹੈ, ਇਸੇ ਦੇ ਵਿੱਚੋਂ ਵਾਹਿਗੁਰੂ ਦੇ ਦਰਸ਼ਨ ਹੋਣਗੇ, ਪਰ ਮਨ ਦੇ ਉੱਪਰ ਧੂੜ ਜੰਮੀ ਹੈ। ਮਨ ਦੇ ਉੱਪਰ ਮੈਲ ਜੰਮੀ ਹੈ।
ਜਦੋਂ ਇਹ ਪਾਪਾਂ ਦੀ ਮੈਲ ਲੱਥ ਜਾਵੇਗੀ, ਮੈਲ ਧੁੱਪ ਜਾਏਗੀ, ਫਿਰ ਅੰਦਰੋਂ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਹੋਣਗੇ। ਬਿਨ ਗੁਰ ਮੈਲ ਨਾ ਉਤਰੈ, ਬਿਨ ਹਰ ਕਿਉ ਕਰ ਵਾਸ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਗੁਰੂ